ਵਾਹ ਬੇਟਾ ਤਰੁਪਾ ਨਾਮ ਤੇ ਆਮੈਨ। ਸਭ ਭੈਣ ਭਰਾਵਾਂ ਨੂੰ ਯਿਸੂ ਮਸੀਹ ਦੀ ਸਲਾਮ, ਗੁੱਡ ਮਾਰਨਿੰਗ, ਗੁੱਡ ਆਫਟਰਨੂਨ। ਪਿਤਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਹਨੇ ਸਾਨੂੰ ਫਿਰ ਅੱਜ ਦਾ ਦਿਨ, ਅੱਜ ਦਾ ਸਮਾਂ ਦਿੱਤਾ ਹੈ ਕਿ ਅਸੀਂ ਸਭ ਭੈਣ ਭਰਾ ਮਿਲ ਕੇ ਪ੍ਰਭੂ ਦੀ ਮਹਿਮਾ ਕਰੀਏ, ਵਡਿਆਈ ਕਰੀਏ, ਉਸ ਦਾ ਧੰਨਵਾਦ ਕਰੀਏ, ਪ੍ਰਭੂ ਦੇ ਪਵਿੱਤਰ ਚਰਨ ਜਾਣ ਕੇ ਦੁਆਵਾਂ ਕਰੀਏ, ਬੇਨਤੀਆਂ ਕਰੀਏ ਕਿ ਪ੍ਰਭੂ ਯਿਸੂ ਸਾਨੂੰ ਸਭ ਭੈਣ ਭਰਾਵਾਂ ਨੂੰ ਪਵਿੱਤਰ ਆਤਮਾ ਦੀ ਸ਼ਕਤੀ ਦੇਵੇ ਕਿ ਅਸੀਂ ਪ੍ਰਭੂ ਦੇ ਵਚਨਾਂ ਨੂੰ ਚੰਗੀ ਤਰ੍ਹਾਂ ਪੜ੍ਹ ਸਕੀਏ ਔਰ ਸਮਝ ਸਕੀਏ। ਮੇਰੇ ਭੈਣ ਭਰਾਵੋ, ਅੱਜ ਅਸੀਂ ਪਵਿੱਤਰ ਬਾਈਬਲ ਚੋਂ ਸੰਤ ਪੌਲੁਸ ਦਾ ਲਿਖਿਆ ਹੋਇਆ ਪਹਿਲਾ ਖੱਤ ਤਸਲੋਨੀਅਨ ਵਿਸ਼ਵਾਸ ਸੰਗਤ ਨੂੰ ਚੈਪਟਰ 4 13 ਤੋਂ 18 ਤੱਕ ਪੜ੍ਹਾਂਗੇ। ਫਸਟ ਲੈਟਰ ਆਫ ਸੈਂਟ ਪੌਲ ਟੂ Thessalonians chapter 4 verses 13 till 18, the hope of the resurrection, ਮੁਰਦਿਆਂ ਵਿੱਚੋਂ ਜੀ ਉੱਠਣ ਦੀ ਉਮੀਦ। ਪ੍ਰਭੂ ਦਾ ਆਉਣਾ। ਮੌਤ ਦੀ ਨੀਂਦ ਸੌਣ ਵਾਲਿਆਂ ਸੰਬੰਧੀ ਭਰਾਵੋ, ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਇਸ ਬਾਰੇ ਵੀ ਅਣਜਾਣ ਰਹੋ। ਉਹਨਾਂ ਲਈ ਤੁਸੀਂ ਉਸ ਤਰ੍ਹਾਂ ਰੋਣਾ ਧੋਣਾ ਨਹੀਂ ਚਾਹੀਦਾ ਜਿਸ ਤਰ੍ਹਾਂ ਕਿ ਬਾਕੀ ਦੇ ਆਮ ਲੋਕੀ ਕਰਦੇ ਹਨ, ਜਿਨ੍ਹਾਂ ਨੂੰ ਅੱਗੇ ਦੀ ਕੋਈ ਉਮੀਦ ਨਹੀਂ ਹੈ। ਸਾਡਾ ਵਿਸ਼ਵਾਸ ਹੈ ਕਿ ਯਿਸੂ ਮਰ ਗਿਆ ਸੀ, ਪਰ ਉਹ ਫਿਰ ਜੀ ਵੀ ਉੱਠਿਆ ਸੀ। ਬਸ ਇਸੇ ਤਰ੍ਹਾਂ ਉਹਨਾਂ ਨਾਲ ਵੀ ਹੋਵੇਗਾ ਜੋ ਮਸੀਹ ਦੀ ਸੰਗਤ ਵਿੱਚ ਹੋ ਕੇ ਮਰੇ ਸਨ। ਪਰਮੇਸ਼ਰ ਉਹਨਾਂ ਨੂੰ ਵੀ ਮਸੀਹ ਦੀ ਸੰਗਤ ਵਿੱਚ ਹੀ ਜਿੰਦਾ ਕਰੇਗਾ। ਇਹ ਜੋ ਕੁਝ ਅਸੀਂ ਕਹਿ ਰਹੇ ਹਾਂ, ਇਹ ਪ੍ਰਭੂ ਦੇ ਆਪਣੇ ਸ਼ਬਦ ਹਨ। ਅਸੀਂ ਜੋ ਉਸ ਸਮੇਂ ਤੱਕ ਜਿੰਦਾ ਰਹਾਂਗੇ ਜਦ ਤੱਕ ਪ੍ਰਭੂ ਦੁਆਰਾ ਆਵੇਗਾ, ਤਾਂ ਅਸੀਂ ਪਹਿਲਾਂ ਮਰ ਚੁੱਕੇ ਲੋਕਾਂ ਤੋਂ ਉੱਤਮ ਨਹੀਂ ਸਮਝੇ ਜਾਵਾਂਗੇ। ਉਸ ਸਮੇਂ ਇੱਕ ਜ਼ੋਰਦਾਰ ਹੁਕਮ ਹੋਵੇਗਾ ਜਿਸ ਦੇ ਨਾਲ ਹੀ ਪ੍ਰਮੁੱਖ ਸਵਰਦੂਤ ਦੀ ਆਵਾਜ਼ ਸੁਣਾਈ ਦੇਵੇਗੀ ਅਤੇ ਪਰਮੇਸ਼ਰ ਦਾ ਬਿਗਲ ਫੂਕਿਆ ਜਾਵੇਗਾ। ਤਦ ਪ੍ਰਭੂ ਆਪ ਸਵਰਗ ਤੋਂ ਉਤਰੇਗਾ। ਉਸ ਸਮੇਂ ਜੋ ਮਸੀਹ ਦੀ ਸੰਗਤ ਵਿੱਚ ਹੋ ਕੇ ਮਰੇ ਸਨ, ਉਹ ਪਹਿਲਾਂ ਜੀ ਉੱਠਣਗੇ। ਫਿਰ ਅਸੀਂ ਵੀ ਉਹਨਾਂ ਦੇ ਨਾਲ ਬਦਲਾਂ ਤੇ ਹਵਾ ਵਿੱਚ ਹੀ ਪ੍ਰਭੂ ਦੇ ਸਵਾਗਤ ਲਈ ਚੁੱਕ ਲੈ ਜਾਵਾਂਗੇ। ਇਸ ਤਰ੍ਹਾਂ ਅਸੀਂ ਹਮੇਸ਼ਾ ਤੱਕ ਪ੍ਰਭੂ ਦੀ ਸੰਗਤ ਵਿੱਚ ਰਹਾਂਗੇ। ਤੁਸੀਂ ਸਭ ਇੱਕ ਦੂਜੇ ਨੂੰ ਇਹਨਾਂ ਸ਼ਬਦਾਂ ਨਾਲ ਧੀਰਜ ਦੇਵੋ। ਆਮੀਨ। ਇਹ ਪ੍ਰਭੂ ਦਾ ਵਚਨ ਹੈ। ਪੜ੍ਹਨ ਅਤੇ ਸੁਣਨ ਵਾਲੇ ਸਭ ਭੈਣ ਭਰਾਵਾਂ ਨੂੰ ਪ੍ਰਭੂ ਯਿਸੂ ਆਸ਼ੀਰਵਾਦ ਬਰਕਤ ਦੇਵੇ। ਮੇਰੇ ਭੈਣ ਭਰਾਵੋ, ਸੰਤ ਪੌਲੁਸ ਨੇ ਆਪਣੇ ਖੱਤ ਵਿੱਚ ਦੱਸਿਆ ਕਿ ਤਸਲੋਨੀਕਾ ਦੇ ਵਿਸ਼ਵਾਸੀ ਲੋਕ ਹੈਰਾਨ ਸਨ ਕਿ ਮਸੀਹੀ ਲੋਕ ਜਿਹੜੇ ਮਰ ਗਏ ਸਨ, ਉਹਨਾਂ ਦਾ ਕੀ ਹੋਵੇਗਾ ਜਦੋਂ ਪ੍ਰਭੂ ਯਿਸੂ ਮੁੜ ਕੇ ਵਾਪਸ ਆਵੇਗਾ। ਸੰਤ ਪੌਲੁਸ ਦੱਸਦਾ ਕਿ ਮੌਤ ਜੀਵਨ ਦਾ ਅੰਤ ਨਹੀਂ ਹੈ। ਸਭ ਵਿਸ਼ਵਾਸੀਆਂ ਦੀ ਉਮੀਦ ਮੁਰਦਿਆਂ ਵਿੱਚੋਂ ਜੀ ਉੱਠਣਾ ਹੈ, ਕਿਉਂਕਿ ਪ੍ਰਭੂ ਯਿਸੂ ਮੁਰਦਿਆਂ ਵਿੱਚੋਂ ਜੀ ਉੱਠੇ ਹਨ। ਮਰੇ ਹੋਏ ਵਿਸ਼ਵਾਸੀ ਲੋਕ ਵੀ ਜੀ ਉੱਠਣਗੇ। ਇਸ ਲਈ ਸਾਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ। ਇਹ ਸਭ ਪਰਮੇਸ਼ਰ ਦੇ ਹੱਥ ਵਿੱਚ ਹੈ। ਉਹ ਦੁੱਖਾਂ ਤੋਂ ਜਿੱਤ ਦੇ ਸਕਦਾ ਹੈ, ਗਰੀਬੀ ਤੋਂ ਅਮੀਰ ਬਣਾ ਸਕਦਾ ਹੈ, ਉਹ ਮੁਰਦੇ ਨੂੰ ਜਿੰਦਾ ਕਰ ਸਕਦਾ ਹੈ। ਸਭ ਵਿਸ਼ਵਾਸੀ ਪਰਮੇਸ਼ਰ ਦੀ ਹਜ਼ੂਰੀ ਵਿੱਚ ਹਮੇਸ਼ਾ ਲਈ ਇਕੱਠੇ ਹੋਣਗੇ। ਸੰਤ ਪੌਲੁਸ ਨੇ ਤਸਲੋਨੀਕ ਦੇ ਲੋਕਾਂ ਨੂੰ ਮੁਰਦੇ ਵਿੱਚੋਂ ਜੀ ਉੱਠਣ ਦਾ ਵਾਅਦਾ ਕਰਕੇ ਹੌਸਲਾ ਦਿੱਤਾ ਹੈ। ਸਾਨੂੰ ਵੀ ਹਰ ਇੱਕ ਨੂੰ ਇਸੇ ਉਮੀਦ ਨਾਲ ਹੌਸਲਾ ਦੇਣਾ ਚਾਹੀਦਾ ਹੈ। ਸੰਤ ਪੌਲੁਸ ਨੇ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਇਹ ਸਭ ਵਚਨ ਲਿਖੇ ਹਨ। ਜੋ ਲੋਕ ਪ੍ਰਭੂ ਪਰਮੇਸ਼ਰ ਵਿੱਚ ਵਿਸ਼ਵਾਸ ਨਹੀਂ ਰੱਖਦੇ, ਉਹਨਾਂ ਨੂੰ ਅਗਾਂਹ ਵਾਲੇ ਜੀਵਨ ਦੀ ਕੋਈ ਉਮੀਦ ਨਹੀਂ ਹੁੰਦੀ। ਜੋ ਪਰਮੇਸ਼ਰ ਦੇ ਵਿਸ਼ਵਾਸੀ ਹਨ, ਉਹ ਪਰਮੇਸ਼ਰ ਕੋਲ ਜਾਂਦੇ ਹਨ ਅਤੇ ਉਸ ਦੀ ਦਿਨ ਰਾਤ ਆਰਾਧਨਾ ਕਰਦੇ ਹਨ। ਪ੍ਰਭੂ ਯਿਸੂ ਇਸੇ ਲਈ ਸਭ ਕੌਮਾਂ ਲਈ ਪਿਆਰ ਨਾਲ ਕੁਰਬਾਨ ਹੋਇਆ ਹੈ ਕਿ ਸਭ ਪਰਮੇਸ਼ਰ ਦੇ ਵਿਸ਼ਵਾਸੀਆਂ ਨੂੰ ਸਵਰਗੀ ਜੀਵਨ ਦਿੱਤਾ ਜਾਵੇਗਾ। ਪ੍ਰਮੁੱਖ ਸਵਰਦੂਤ ਸੰਤ ਮਾਈਕਲ ਕੋਲ ਬਹੁਤ ਅਧਿਕਾਰ ਅਤੇ ਦੂਤਾਂ ਦੀ ਅਗਵਾਈ ਕਰਨ ਦਾ ਪੋਜੀਸ਼ਨ ਹੈ। ਇਸ ਦੇ ਬਾਰੇ ਅਸੀਂ ਨਵੇਂ ਐਤਨਾਮੇ ਵਿੱਚ ਪੜ੍ਹ ਸਕਦੇ ਹਾਂ। ਜੂਡ ਚੈਪਟਰ 1 verse 9, ਯਹੂਦਾ ਦਾ ਪੁਸਤਕ ਖੱਤ ਚੈਪਟਰ 1 ਤੇ 9 ਆਇਤ। ਪੁਰਾਣੇ ਐਤਨਾਮੇ ਵਿੱਚੋਂ ਅਸੀਂ ਪੜ੍ਹ ਸਕਦੇ ਹਾਂ ਡੈਨੀਅਲ ਚੈਪਟਰ 10 ਦੀ 13 ਆਇਤ, ਫਿਰ ਡੈਨੀਅਲ ਚੈਪਟਰ 12 ਦੀ ਪਹਿਲੀ ਆਇਤ, ਡੈਨੀਅਲ chapter 10 verse
13, Daniel chapter 12 verse 1। ਇਸ ਤੋਂ ਬਾਅਦ ਅਸੀਂ ਨਵੇਂ ਆਇਤਾਂ ਵਿੱਚ ਸੰਤ ਯਹੂਨਾ ਦੀ ਇੰਜੀਲ ਚੈਪਟਰ 11 25 ਦੇ 26 ਆਇਤਾਂ ਪੜ੍ਹ ਸਕਦੇ ਜਿਸ ਦੇ ਪ੍ਰਭੂ ਯਿਸੂ ਨੇ ਵਿਸ਼ਵਾਸੀਆਂ ਨੂੰ ਹੌਸਲਾ ਦਿੱਤਾ, ਤਸੱਲੀ ਦਿੱਤੀ ਹੈ ਕਿ ਜੋ ਵੀ ਉਸ ਉੱਪਰ ਵਿਸ਼ਵਾਸ ਕਰਦੇ ਹਨ ਕਦੇ ਨਹੀਂ ਮਰਨਗੇ, ਔਰ ਜੋ ਵਿਸ਼ਵਾਸ ਰੱਖਦੇ ਹਨ ਬੇਸ਼ੱਕ ਉਹ ਮਰ ਵੀ ਜਾਣ ਫਿਰ ਵੀ ਉਹ ਜਿਉਂਦੇ ਰਹਿਣਗੇ। ਮੇਰੇ ਭੈਣ ਪ੍ਰਭੂ ਯਿਸੂ ਉੱਪਰ ਵਿਸ਼ਵਾਸ ਕਰੋ। ਪ੍ਰਭੂ ਯਿਸੂ ਸਭ ਵਿਸ਼ਵਾਸੀਆਂ ਨੂੰ ਅਨੰਤ ਜੀਵਨ ਦਿੰਦਾ ਹੈ ਜੋ ਉਸਦੇ ਵਚਨਾਂ ਅਤੇ ਹੁਕਮਾਂ ਦੀ ਪਾਲਣਾ ਕਰਦਾ ਹੈ। ਪਰਮੇਸ਼ਰ ਦੇ ਵਚਨਾਂ ਨੂੰ ਪੜ੍ਹਦੇ ਰਹੋ, ਸੁਣਦੇ ਰਹੋ, ਵਿਸ਼ਵਾਸ ਰੱਖ ਕੇ ਪ੍ਰਾਰਥਨਾ ਕਰੋ। ਪ੍ਰਭੂ ਪਰਮੇਸ਼ਰ ਆਪ ਸਭ ਨੂੰ ਤੇ ਮੈਨੂੰ ਵੀ ਮਾਫ ਕਰਕੇ ਸਵਰਗ ਜੀਵਨ ਦੇਵੇਗਾ। ਆਮੀਨ, ਹਾਲੇਲੂਇਆ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ, ਹਾਲੇਲੂਇਆ, ਹਾਲੇਲੂਇਆ। ਯਿਸੂ ਅਸੀਂ ਆਦਾ ਬਾਬਾ ਧੰਨਵਾਦ ਕਰਦੇ, ਸ਼ੁਕਰ ਦੇ ਪ੍ਰਭੂ ਜੀ ਇਹਨਾਂ ਵਚਨਾਂ ਦਾ ਜੋ ਤੁਸੀਂ ਸੰਤ ਪੌਲੁਸ ਨੂੰ ਇੰਨੀ ਸ਼ਕਤੀ ਦਿੱਤੀ ਹੈ ਕਿ ਉਸਨੇ ਆਪਦੇ ਪਵਿੱਤਰ ਆਤਮਾ ਦੀ ਸ਼ਕਤੀ ਰਾਹੀਂ ਇਹ ਵਚਨ ਤਸਲੋਨੀਆਂ ਦੇ ਲੋਕਾਂ ਨੂੰ ਲਿਖੇ ਹਨ ਅਤੇ ਸਾਨੂੰ ਵੀ ਇਹ ਦੱਸੇ ਗਏ ਹਨ। ਪ੍ਰਭੂ ਜੀ ਅਸੀਂ ਆਪਦਾ ਬਾਰ ਧੰਨਵਾਦ ਕਰਦੇ ਹਾਂ, ਸ਼ੁਕਰ ਕਰਦੇ ਹਾਂ। ਮੇਰੇ ਭੈਣ ਭਰਾ ਹੁਣ ਅਸੀਂ ਪੜ੍ਹਾਂਗੇ ਸੰਤ ਲੂਕਾ ਦੀ ਇੰਜੀਲ ਚੈਪਟਰ 4 16 ਤੋਂ 30 ਆਇਤਾਂ। St. Luke chapter 4 verses 16 till 30. Jesus is rejected at Nazareth. ਪ੍ਰਭੂ ਯਿਸੂ ਦਾ ਨਾਸਰਤ ਵਿੱਚ ਰਹਿੰਦੇ ਜਾਣਾ। ਯਿਸੂ ਨਾਸਰਤ 'ਚ ਆਏ ਜਿੱਥੇ ਉਹਨਾਂ ਦਾ ਪਾਲਣ ਪੋਸ਼ਣ ਹੋਇਆ ਸੀ। ਸਬਤ ਦੇ ਦਿਨ ਅਰਥਾਤ ਆਰਾਮ ਕਰਨ ਦੇ ਦਿਨ ਉਹ ਆਪਣੀ ਰੀਤ ਦੇ ਅਨੁਸਾਰ ਪ੍ਰਾਰਥਨਾ ਘਰ ਵਿੱਚ ਗਏ ਅਤੇ ਧਰਮ ਗ੍ਰੰਥ ਪੜ੍ਹਨ ਦੇ ਲਈ ਖੜੇ ਹੋਏ। ਯਿਸੂ ਨੂੰ ਯਸਾਇਆ ਨਬੀ ਦੀ ਪੁਸਤਕ ਦਿੱਤੀ ਗਈ। ਉਹਨਾਂ ਨੇ ਪੁਸਤਕ ਖੋਲ੍ਹ ਕੇ ਉਹ ਪ੍ਰਸੰਗ ਕੱਢਿਆ ਜਿੱਥੇ ਇਹ ਲਿਖਿਆ ਹੋਇਆ ਸੀ, ਪ੍ਰਭੂ ਦਾ ਆਤਮਾ ਮੇਰੇ ਉੱਤੇ ਹੈ, ਉਸਨੇ ਮੇਰਾ ਅਭਿਸ਼ੇਕ ਕੀਤਾ ਹੈ ਕਿ ਮੈਂ ਗਰੀਬਾਂ ਨੂੰ ਸ਼ੁਭ ਸਮਾਚਾਰ ਸੁਣਾਵਾਂ। ਉਸਨੇ ਮੈਨੂੰ ਕੱਲਿਆ ਹੈ ਕਿ ਮੈਂ ਬੰਦੀਆਂ ਨੂੰ ਮੁਕਤੀ ਦੇਵਾਂ ਅਤੇ ਨਿੱਤਰ ਇਹਨਾਂ ਨੂੰ ਦ੍ਰਿਸ਼ਟੀ ਦਾ ਸੰਦੇਸ਼ ਸੁਣਾਵਾਂ ਅਤੇ ਪੀੜਤਾਂ ਨੂੰ ਸੁਤੰਤਰ ਕਰਾਂ ਅਤੇ ਉਸ ਸਮੇਂ ਦੀ ਮੁਨਾਦੀ ਕਰਾਂ ਜਦੋਂ ਪ੍ਰਭੂ ਆਪਣੇ ਲੋਕਾਂ ਨੂੰ ਛੁਟਕਾਰਾ ਦੇਵੇਗਾ। ਫਿਰ ਯਿਸੂ ਨੇ ਪੁਸਤਕ ਬੰਦ ਕਰਕੇ ਸੇਵਕਾਂ ਨੂੰ ਮੋੜ ਦਿੱਤੀ ਅਤੇ ਆਪਣੀ ਥਾਂ 'ਤੇ ਬੈਠ ਗਿਆ। ਪ੍ਰਾਰਥਨਾ ਘਰ ਵਿੱਚ ਬੈਠੇ ਸਾਰੇ ਲੋਕੀ ਬੜੇ ਧਿਆਨ ਨਾਲ ਉਹਨਾਂ ਵੱਲ ਦੇਖ ਰਹੇ ਸਨ। ਯਿਸੂ ਨੇ ਉਹਨਾਂ ਲੋਕਾਂ ਨੂੰ ਕਿਹਾ, ਅੱਜ ਧਰਮ ਗ੍ਰੰਥ ਦੀ ਇਹ ਗੱਲ ਤੁਹਾਡੇ ਸਾਹਮਣੇ ਪੂਰੀ ਹੋਈ ਹੈ। ਸਾਰੇ ਲੋਕਾਂ ਨੇ ਯਿਸੂ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਦੇ ਮੂੰਹ ਵਿੱਚੋਂ ਮਿੱਠੇ ਬੋਲ ਸੁਣ ਕੇ ਹੈਰਾਨ ਹੋਣ ਲੱਗੇ। ਲੋਕਾਂ ਨੇ ਕਿਹਾ ਕਿ ਇਹ ਯੂਸੁਫ ਦਾ ਪੁੱਤਰ ਨਹੀਂ ਹੈ। ਯਿਸੂ ਨੇ ਉਹਨਾਂ ਨੂੰ ਕਿਹਾ, ਤੁਸੀਂ ਜ਼ਰੂਰ ਮੈਨੂੰ ਇਹ ਕਹਾਵਤ ਸੁਣਾਓਗੇ, ਵੈਦ ਪਹਿਲੇ ਆਪਣਾ ਇਲਾਜ ਕਰ। ਜੋ ਕੁਝ ਅਸੀਂ ਸੁਣਿਆ ਹੈ ਕਿ ਤੂੰ ਕਫਰਨਹੂਮ ਵਿੱਚ ਕੀਤਾ ਹੈ, ਇੱਥੇ ਆਪਣੇ ਨਗਰ ਵਿੱਚ ਵੀ ਕਰ। ਯਿਸੂ ਨੇ ਇਹ ਵੀ ਆਖਿਆ, ਨਬੀ ਦਾ ਸਵਾਗਤ ਉਸਦੇ ਆਪਣੇ ਨਗਰ ਵਿੱਚ ਨਹੀਂ ਹੁੰਦਾ। ਇਹ ਸੱਚ ਹੈ ਕਿ ਏਲੀਆ ਨਬੀ ਦੇ ਸਮੇਂ ਵਿੱਚ ਇਸਰਾਏਲ ਦੇਸ਼ ਵਿੱਚ ਬਹੁਤ ਵਿਧਵਾਵਾਂ ਸਨ, ਜਦੋਂ ਕਿ 3.5 ਸਾਲ ਤੱਕ ਮੀਂਹ ਨਹੀਂ ਵਰਿਆ ਸੀ ਅਤੇ ਸਾਰੇ ਦੇਸ਼ ਵਿੱਚ ਇੱਕ ਵੱਡਾ ਅਕਾਲ ਪੈ ਗਿਆ ਸੀ। ਫਿਰ ਵੀ ਏਲੀਆ ਨਬੀ ਉਹਨਾਂ ਵਿਧਵਾਵਾਂ ਕੋਲ ਨਹੀਂ ਘੱਲਿਆ ਗਿਆ ਸੀ। ਉਹ ਸੈਦਾ ਦੇਸ਼ ਦੇ ਸਾਰਪਤ ਨਗਰ ਦੀ ਰਹਿਣ ਵਾਲੀ ਵਿਧਵਾ ਕੋਲ ਘੱਲਿਆ ਗਿਆ ਸੀ। ਅਲੀਸ਼ਾ ਨਬੀ ਦੇ ਸਮੇਂ ਇਸਰਾਏਲ ਵਿੱਚ ਬਹੁਤ ਕੋੜੀ ਸਨ, ਪਰ ਸੀਰੀਆ ਦੇਸ਼ ਦੇ ਰਹਿਣ ਵਾਲੇ ਨਮਾਨ ਕੋੜੀ ਤੋਂ ਸਿਵਾਏ ਹੋਰ ਕੋਈ ਸ਼ੁੱਧ ਨਾ ਕੀਤਾ ਗਿਆ। ਜਿੰਨੇ ਲੋਕੀ ਉਸ ਵੇਲੇ ਪ੍ਰਾਰਥਨਾ ਘਰ ਵਿੱਚ ਸਨ, ਉਹ ਸਾਰੇ ਦੇ ਸਾਰੇ ਯਿਸੂ ਦੀਆਂ ਗੱਲਾਂ ਸੁਣ ਕੇ ਗੁੱਸੇ ਨਾਲ ਭਰ ਗਏ। ਉਹ ਉੱਠੇ ਅਤੇ ਯਿਸੂ ਨੂੰ ਖਿੱਚ ਕੇ ਨਗਰ ਤੋਂ ਬਾਹਰ ਉਸ ਪਹਾੜ ਦੀ ਚੋਟੀ ਉੱਤੇ ਲੈ ਗਏ ਜਿਸ ਉੱਤੇ ਉਹਨਾਂ ਦਾ ਨਗਰ ਵਸਿਆ ਹੋਇਆ ਸੀ, ਕਿ ਉਹ ਯਿਸੂ ਨੂੰ ਥੱਲੇ ਸੁੱਟਣ। ਪਰ ਯਿਸੂ ਭੀੜ ਵਿੱਚੋਂ ਨਿਕਲ ਕੇ ਉੱਥੋਂ ਚਲੇ ਗਏ। ਆਮੀਨ। ਇਹ ਪ੍ਰਭੂ ਦਾ ਵਚਨ ਹੈ। ਪੜ੍ਹਨ ਅਤੇ ਸੁਣਨ ਵਾਲੇ ਸਭ ਭੈਣ ਭਰਾਵਾਂ ਨੂੰ ਯਿਸੂ ਆਸ਼ੀਸ਼ ਬਰਕਤ ਦੇਵੇ। ਮੇਰੇ ਭੈਣ ਭਰਾਵੋ, ਯਹੂਦੀਆਂ ਦੇ ਧਾਰਮਿਕ ਜੀਵਨ ਵਿੱਚ ਪ੍ਰਾਰਥਨਾ ਘਰ ਬਹੁਤ ਜ਼ਰੂਰੀ ਸੀ। ਮਿਸਰ ਤੋਂ ਨਿਕਲਣ ਤੋਂ ਬਾਅਦ ਉਹਨਾਂ ਦੇ ਕੋਲ ਕੋਈ ਮੰਦਰ ਨਹੀਂ ਸੀ। ਉਹਨਾਂ ਨੇ ਸਬਤ ਦੇ ਦਿਨ ਪਰਮੇਸ਼ਰ ਦੀ ਆਰਾਧਨਾ ਜਾਂ ਪਰਮੇਸ਼ਰ ਦੀ ਪੂਜਾ ਕਰਨ ਲਈ ਪ੍ਰਾਰਥਨਾ ਘਰ
ਅਤੇ ਹਫ਼ਤੇ ਦੌਰਾਨ ਨੌਜਵਾਨ ਲੜਕਿਆਂ ਲਈ ਸਕੂਲ ਸਥਾਪਿਤ ਕੀਤੇ ਹੋਏ ਸਨ। ਉਹ ਇੱਕ ਪ੍ਰਾਰਥਨਾ ਘਰ 10 ਯਹੂਦੀਆਂ ਦੇ ਪਰਿਵਾਰਾਂ ਨੂੰ ਇਕੱਠੇ ਕਰਕੇ ਇੱਕ ਸ਼ਹਿਰ ਵਿੱਚ ਬਣਾ ਲੈਂਦੇ ਸਨ। ਇੱਕ ਲੀਡਰ ਤੇ ਇੱਕ ਉਹਨਾਂ ਦਾ ਸਹਾਇਕ ਅਸਿਸਟੈਂਟ ਪ੍ਰਾਰਥਨਾ ਕਰਦਾ ਦੇਖਭਾਲ ਕਰਦਾ ਸੀ ਤੇ ਲੀਡਰ ਹੀ ਪ੍ਰਾਰਥਨਾ ਘਰ ਵਿੱਚ ਬਾਹਰੋਂ ਆਏ ਹੋਏ ਸਿੱਖਿਆ ਦੇਣ ਵਾਲਿਆਂ ਵਿੱਚੋਂ ਇੱਕ ਨੂੰ ਧਰਮ ਗ੍ਰੰਥ ਪੜ੍ਹਨ ਲਈ ਅਤੇ ਸਿੱਖਿਆ ਦੇਣ ਲਈ ਕਹਿੰਦੇ ਸਨ। ਸਿੱਖਿਆ ਦੇਣ ਵਾਲੇ ਰੱਬੀਸ ਜਾਣੀ ਗੁਰੂਆਂ ਦਾ ਪ੍ਰਾਰਥਨਾ ਘਰ ਵਿੱਚ ਬਹੁਤ ਸਵਾਗਤ ਕੀਤਾ ਜਾਂਦਾ ਸੀ। ਸੰਤ ਪੌਲੁਸ ਨੇ ਵੀ ਪ੍ਰਾਰਥਨਾ ਘਰ ਵਿੱਚ ਸਿੱਖਿਆ ਦਿੱਤੀ। ਇਸ ਬਾਰੇ ਅਸੀਂ ਪੜ੍ਹ ਸਕਦੇ ਹਾਂ ਐਕਟਸ ਚੈਪਟਰ 13 ਵਰਸ 5, ਐਕਟਸ ਚੈਪਟਰ 14 ਵਰਸ 1, ਚੇਲਿਆਂ ਦੇ ਕਰਤੱਵ ਚੈਪਟਰ 13 ਦੀ 5 ਆਇਤ, ਚੈਪਟਰ 14 ਦੀ ਪਹਿਲੀ ਆਇਤ। ਪਰ ਯਿਸੂ ਵੀ ਪਰਮੇਸ਼ਰ ਦਾ ਪੁੱਤਰ ਹੁੰਦੇ ਹੋਏ ਆਪਣੇ ਨਾਸਰਤ ਸ਼ਹਿਰ ਦੇ ਪ੍ਰਾਰਥਨਾ ਘਰ ਵਿੱਚ ਹਰ ਹਫ਼ਤੇ ਜਾਇਆ ਕਰਦੇ ਸਨ। ਸਾਨੂੰ ਵੀ ਆਪਣੀ ਜ਼ਿੰਦਗੀ ਦਾ ਲਗਾਤਾਰ ਆਰਾਧਨਾ ਕਰਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਜਿਸ ਤਰ੍ਹਾਂ ਪ੍ਰਭੂ ਯਿਸੂ ਖੁਦ ਹਰ ਹਫ਼ਤੇ ਸਬਤ ਦੇ ਦਿਨ ਪ੍ਰਾਰਥਨਾ ਘਰ ਵਿੱਚ ਜਾਂਦੇ ਅਤੇ ਸਿੱਖਿਆ ਦਿਆ ਕਰਦੇ ਸਨ। ਇੱਕ ਦਿਨ ਪ੍ਰਭੂ ਯਿਸੂ ਨੂੰ ਪੜ੍ਹਨ ਲਈ ਧਰਮ ਗ੍ਰੰਥ ਦਿੱਤਾ ਗਿਆ। ਪ੍ਰਭੂ ਯਿਸੂ ਨੇ ਯਸਾਇਆ ਨਬੀ ਦਾ ਗ੍ਰੰਥ ਪੜ੍ਹਿਆ, ਜਿੱਥੇ ਬਾਬਲ ਵਿੱਚ ਗੁਲਾਮੀ ਤੋਂ ਇਸਰਾਏਲੀਆਂ ਦਾ ਆਜ਼ਾਦ ਹੋਣ ਬਾਰੇ ਦੱਸਿਆ ਗਿਆ ਸੀ। ਅਸੀਂ ਪੜ੍ਹ ਸਕਦੇ ਹਾਂ ਯਸਾਇਆ ਚੈਪਟਰ 61 1 ਤੋਂ 2 ਆਇਤਾਂ, ਅਜ਼ਾਇਆ ਚੈਪਟਰ 61 ਵਰਸਸ 1 ਐਂਡ 2। ਜਦੋਂ ਸਭ ਕਰਜ਼ੇ ਮਾਫ ਹੋ ਗਏ ਸਨ, ਸਭ ਗੁਲਾਮ ਆਜ਼ਾਦ ਹੋ ਗਏ ਸਨ ਔਰ ਜਾਇਦਾਦਾਂ ਵੀ ਪਹਿਲੇ ਮਾਲਕਾਂ ਨੂੰ ਵਾਪਸ ਦਿੱਤੀਆਂ ਗਈਆਂ ਸਨ। ਅਸੀਂ ਇਸ ਦੇ ਬਾਰੇ ਪੜ੍ਹ ਸਕਦੇ ਹਾਂ ਲੈਵੀਟਿਕਸ ਚੈਪਟਰ 25, ਲੇਵੀਆਂ ਦਾ ਗ੍ਰੰਥ ਚੈਪਟਰ 25। ਪਰ ਯਹੂਦੀ ਬਾਬਲ ਤੋਂ ਆਜ਼ਾਦ ਹੋ ਕੇ ਫਿਰ ਵੀ ਖੁਸ਼ ਨਹੀਂ ਸਨ। ਇਸ ਲਈ ਯਸਾਇਆ ਨਬੀ ਨੇ ਆਉਣ ਵਾਲੇ ਮਸੀਹ ਦੇ ਸੰਬੰਧਿਤ ਇਹ ਵਚਨ ਦੱਸੇ ਸਨ। ਪ੍ਰਭੂ ਯਿਸੂ ਨੇ ਬਿਨਾਂ ਡਰ ਦੇ ਘੋਸ਼ਣਾ ਕੀਤੀ ਕਿ ਜੋ ਤੁਸੀਂ ਅੱਜ ਸੁਣਿਆ ਹੈ ਭਵਿੱਖਬਾਣੀ ਪੂਰੀ ਹੋ ਗਈ ਹੈ। ਪ੍ਰਭੂ ਯਿਸੂ ਨੇ ਆਪਣੇ ਆਪ ਨੂੰ ਘੋਸ਼ਿਤ ਕੀਤਾ। ਇਹ ਸ਼ੁਭ ਸਮਾਚਾਰ ਉਸਨੇ ਲੈ ਕੇ ਆਂਦਾ ਹੈ। ਪ੍ਰਭੂ ਯਿਸੂ ਨੇ ਇਸ ਤਰੀਕੇ ਨਾਲ ਐਕਸਪਲੇਨ ਕੀਤਾ, ਵਰਣਨ ਕੀਤਾ ਕਿ ਲੋਕ ਉਸ ਉੱਪਰ ਅਜੇ ਸ਼ੱਕ ਨਾ ਕਰਨ ਕਿ ਮੈਂ ਕੌਣ ਹਾਂ। ਪ੍ਰਭੂ ਯਿਸੂ ਨੂੰ ਉਸਦੇ ਸ਼ਹਿਰ ਵਿੱਚ ਇੱਕ ਨਬੀ ਦੇ ਤੌਰ 'ਤੇ ਸਵੀਕਾਰ ਨਹੀਂ ਕੀਤਾ ਗਿਆ ਸੀ। ਮੇਰੇ ਭੈਣ ਭਰਾਵੋ, ਸਾਨੂੰ ਵੀ ਕਿਸੇ ਗੱਲੋਂ ਹੈਰਾਨ ਨਹੀਂ ਹੋਣਾ ਚਾਹੀਦਾ ਜੇਕਰ ਬਾਹਰੋਂ ਲੋਕ ਜਿਹੜੇ ਤੁਹਾਨੂੰ ਪਹਿਲਾਂ ਹੀ ਚੰਗੀ ਤਰ੍ਹਾਂ ਜਾਣਦੇ ਹਨ ਤੁਹਾਡੇ ਮਸੀਹ ਜੀਵਨ ਦੇ ਵਿਸ਼ਵਾਸ ਨੂੰ ਸਵੀਕਾਰ ਨਹੀਂ ਕਰਦੇ, ਕਿਉਂਕਿ ਉਹ ਲੋਕ ਤੁਹਾਨੂੰ ਬਚਪਨ ਤੋਂ ਜਾਣਦੇ ਹੁੰਦੇ ਹਨ ਔਰ ਤੁਹਾਡੇ ਪਰਿਵਾਰ ਦੇ ਮੈਂਬਰਾਂ ਨੂੰ ਜਾਣਦੇ ਹੁੰਦੇ ਹਨ, ਜਾਂ ਕਿਸੇ ਹੋਰ ਅਸਫਲਤਾ ਬਾਰੇ ਜਾਣਦੇ ਹੋਣ। ਸ਼ਾਇਦ ਉਹ ਇਹ ਨਹੀਂ ਜਾਣਦੇ ਕਿ ਤੁਸੀਂ ਪੁਰਾਣੇ ਜੀਵਨ ਤੋਂ ਨਵੀਂ ਮਨੁੱਖਤਾ ਵਿੱਚ ਸ਼ਾਮਲ ਹੋ ਗਏ ਆ। ਤੁਸੀਂ ਪੁਰਾਣਾ ਜੀਵਨ ਛੱਡ ਕੇ ਇੱਕ ਨਵਾਂ ਜਨਮ ਪ੍ਰਾਪਤ ਕੀਤਾ ਹੈ। ਸੋ ਪਰਮੇਸ਼ਰ ਨੂੰ ਆਪਣੀ ਜ਼ਿੰਦਗੀ ਵਿੱਚ ਕੰਮ ਕਰਨ ਦਿਓ। ਪਰਮੇਸ਼ਰ ਦੇ ਸੱਚੇ ਗਵਾਹ ਬਣਨ ਲਈ ਪ੍ਰਾਰਥਨਾ ਕਰੋ। ਅਨੰਤ ਜੀਵਨ ਪ੍ਰਭੂ ਦੇ ਕੋਲੋਂ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਰਹੋ। ਸਬਰ ਕਰਨ ਵਾਲੇ ਬਣੋ, ਹਰ ਗੱਲ ਨੂੰ ਸਹਿ ਲਓ। ਪ੍ਰਭੂ ਯਿਸੂ ਨੇ ਨਾਸਰਤ ਸ਼ਹਿਰ ਦੇ ਲੋਕਾਂ ਨੂੰ ਗੁੱਸੇ ਵਾਲੇ ਸ਼ਬਦ ਬੋਲੇ, ਕਿਉਂਕਿ ਉਹ ਕਹਿ ਰਹੇ ਸਨ ਕਿ ਪਰਮੇਸ਼ਰ ਕਈ ਵਾਰ ਯਹੂਦੀ ਲੋਕਾਂ ਨਾਲੋਂ ਗੈਰ ਯਹੂਦੀ ਕੌਮਾਂ ਕੋਲ ਜਲਦੀ ਪਹੁੰਚਦਾ ਹੈ ਔਰ ਗੈਰ ਯਹੂਦੀਆਂ ਲੋਕਾਂ ਨੂੰ ਜ਼ਿਆਦਾ ਪਿਆਰ ਕਰਦਾ ਹੈ। ਗੈਰ ਯਹੂਦੀ ਲੋਕ ਜ਼ਿਆਦਾ ਪਰਮੇਸ਼ਰ ਪਰ ਵਿਸ਼ਵਾਸ ਕਰਨ ਲੱਗ ਪਏ ਸਨ। ਪਰ ਯਿਸੂ ਨੇ ਸੰਕੇਤ ਕੀਤਾ ਕਿ ਉਸ ਨੂੰ ਸੁਣਨ ਵਾਲੇ ਅੰਧ ਵਿਸ਼ਵਾਸੀ ਸਨ। ਜਿਸ ਤਰ੍ਹਾਂ ਏਲੀਆ ਨਬੀ ਦੇ ਸਮੇਂ, ਅਲੀਸ਼ਾ ਦੇ ਸਮੇਂ ਇਸਰਾਏਲੀ ਲੋਕ ਆਪਣੀਆਂ ਦੁਸ਼ਟਤਾ ਵਿਕਨੈਸ ਲਈ ਬਦਨਾਮ ਸਨ। ਪ੍ਰਾਰਥਨਾ ਕਰਦੇ ਲੋਕ ਇਹ ਸੁਣ ਕੇ ਬਹੁਤ ਗੁੱਸੇ ਹੋਏ ਤੇ ਪ੍ਰਭੂ ਯਿਸੂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਪ੍ਰਭੂ ਯਿਸੂ ਬਚ ਕੇ ਚਲੇ ਗਿਆ।
क्योंकि उन्होंने अजे समा नहीं आया सी। मेरे भैन भरावो, प्रभु यीशु मसीह पर विश्वास करो, वही साडे दुखां मुश्किलों नूं दूर करने वाले है, वही साडे पापां नूं माफ़ करने वाले हैं और शैतान तो सानू आज़ाद करने वाले हैं, शैतान की गुलामी तो आज़ाद करने वाले हैं। उसने ही साडा परमेश्वर नाल रिश्ता कायम किया है, उस स्वर्गन का रस्ता दिखाया। और प्रभु परमेश्वर सब संसार के सब लोगों को प्यार करता है। सो मेरे भैन प्रभु परमेश्वर के वचनों पढ़ते रहो, सुनते रहो। प्रभु आप सबनों बहुत बरकतां दे के भरपूर करेगा। आमीन, हालेलुया। थैंक यू प्रभु जी, थैंक यू जीसस। धन्यवाद प्रभु यीशु। जिन्हें भी भैन भरा का वचन पढ़ रहे, सुन रहे, आपके अगे दुआवां करते हैं, बेनतियां करते प्रभु यीशु। जिन्हें भी साढ़े भैन भरा प्रभु यीशु जी आपके पर विश्वासी हैं, आप पर विश्वास करते हैं, उन्होंने सब के विश्वास को पक्के रखना प्रभु जी। हर शैतानी ताकतों, हर बीमारी से उन्हें बचा करना। थैंक यू प्रभु जी, थैंक यू जीसस। उन्हें कमा कर बरकत देना, घर में शांति देना प्रभु यीशु जी। थैंक यू जीसस, हालेलुया, हालेलुया प्रभु यीशु। थैंक यू जीसस। धन्यवाद प्रभु यीशु। सब भैन भरा मिल के प्रभु के पितर चरण की दुआओं करिए, बेनती करिए। थैंक यू प्रभु जी, हालेलुया, हालेलुया। थैंक यू प्रभु यीशु। थैंक यू जीसस, हालेलुया, हालेलुया। थैंक यू हेवनली फादर, mighty God, we worship you, glory to you. Thank you Lord, have mercy on us Lord Jesus. Thank you Jesus, we love you Lord Jesus, we believe you, we trust in you Lord Jesus. You are Savior of the whole world Lord Jesus. Thank you Jesus, you crucified for us. Thank you Jesus, oh hallelujah, hallelujah Lord Jesus. Thank you Jesus, you gave us a new life Lord Jesus. Thank you Jesus, या दा बाबा धन्यवाद करते हैं, शुक्र करते हैं पिता परमेश्वर। थैंक यू पिता परमेश्वर, पूरी कुदरत जमीन दे आसमान दे पैदा करने वाले सर्वशक्तिमान, असं आपका बाबा धन्यवाद करते हैं, शुक्र करते हैं। अज वक्त दे समय जिन्हें भी साढ़े भैन भरा वचन पढ़ रहे, सुन रहे, आते दुआवां करते हैं, बेनतियां करते यीशु नासी यीशु नासी सब तेरा हम दया करनी, कृपा करनी, आदे बचना शु के संग तंदुरुस्त चंगा दे यीशु जी। थैंक यू प्रभु जी, थैंक यू जी सालो यीशु नासी। अब यीशु आपका नाम पवित्र नाम शुद्ध है, तेरे नाम की महिमा तेरे नाम की वडियाई करते हैं। तुसीं हमेशा में से जिंदे हो प्रभु यीशु जी। थैंक यू प्रभु जी, थैंक यू जी। तुसीं शांति राजकुमार हो प्रभु जो प्रभु राजे जो राजे हो प्रभु यीशु, जीवन की रोटी संसार दे जोत हो प्रभु यीशु नासी। थैंक यू प्रभु जी, थैंक यू जीसस, थैंक यू जी सालो यीशु नासी। तेरे नाम पवित्र नाम शुद्ध है, तेरे नाम की महिमा तेरे नाम की वडियाई करते प्रभु यीशु जी। थैंक यू प्रभु जी, थैंक यू जी। आदे वचन सच्चे पवित्र धन मुर्दे नूं जिंदे करने वाले प्रभु यीशु जी। थैंक यू प्रभु जी, थैंक यू जीसस। प्रभु यीशु तुसीं आके मैं संसार की जोत है, जो मेरे पीछे आवेगा वो अंधेरे विच नहीं रहेगा, सगों जीवन की जोत प्राप्त करेगा। हालेलुया, हालेलुया यीशु नासी। तेरे नाम पवित्र नाम शुद्ध है, तेरे नाम की महिमा तेरे नाम की वडियाई करते प्रभु यीशु जी। तुसीं साडे स्वर्गी डॉक्टर हो प्रभु यीशु जी। असीं यकीन करदे, विश्वास करदे, पितर चरण दुआवां करदे हां, बेनती करदे हां। जे साडे भैन भरा बीमार हैं, घरां विच बीमार हैं, हॉस्पिटल च हैं, जिन्हां भैन भरा नूं शुगर दी बीमारी, आसमा, कैंसर, सौ दी बीमारियां, सब भैन भरा दी दुआ करदे, बेनती करदे प्रभु यीशु नासी। अब यीशु जिन्हें साडे भैन भरा विश्वासी हैं, उन्हां विश्वास करके आप जाके दुआवां करदे, बेनती करदे, उन्हां दे दुख तकलीफां नूं दूर करो प्रभु यीशु जी। थैंक यू प्रभु जी, थैंक यू जीसस। उन्हां तंदुरुस्ती चंगाई दो प्रभु यीशु जी। असीं आप जाके दुआ करदे अपने भरा पास रमस ले प्रभु यीशु, जो भी शरीर च कमजोरी है प्लीज प्रभु यीशु आप तां छू के उन्होंने तंदुरुस्ती चंगाई दो प्रभु यीशु जी। थैंक यू प्रभु जी, थैंक यू जीसस जी। आपका बार बार धन्यवाद करदे, शुक्र करदे हां। असीं आपका बार बार धन्यवाद करदे, तुसीं साडे भरा अनिल नूं ठीक कीता प्रभु यीशु जी। आपदा पवित्र हत्थ दे नाल छू के उन्हां नूं तंदुरुस्ती नूं चंगाई दित्ती है प्रभु यीशु नाम जी। अब यीशु आपका बार बार धन्यवाद करदे हां। आपदा पुत्र आपदा सेवादार प्रभु यीशु, उस ते रहम करना, दया करनी, कृपा करनी, और दी कमजोरी नूं तुसीं तंदुरुस्ती चंगाई देनी, उन्होंने शक्ति नहीं, बल देना, ताकत देनी प्रभु यीशु जी। थैंक यू प्रभु जी, थैंक यू जी सालो यीशु नाम जी। नर्सां लई, डॉक्टरां लई, हॉस्पिटल च काम करने भैन भरा दवा करदे हां, जे साडे भैन भरा मरीजां देखभाल करदे हां प्रभु यीशु जी। प्लीज पवित्र आत्मा अगुवाई करनी, हर बीमारी तो बचा करना प्रभु यीशु जी। थैंक यू प्रभु जी, थैंक यू जी सालो यीशु नाम जी। असीं अपने भरा जे गरीब लोड़वंद है उन्हां सब लई दुआ करदे हां, बेनती करदे प्रभु यीशु जी, उन्हां जरूरतां लोड़ां पूरा कराओ। जे साडे भैन भरा गरीबां दी मदद करदे हन, उन्हां सब लई दुआ करदे हां, बेनती करदे हां, उन्हां कम्मां काज बरकत देनी, घरां विच शांति देनी, उन्हां बच्चें दे रहम करना, दया करनी प्रभु यीशु जी। थैंक यू प्रभु जी, थैंक यू जी सालो यीशु नाम जी। असीं दुआ करदे उन्हां भैणां लई जिन्हां लंबे समय तो बच्चों की औलाद नहीं है प्रभु यीशु जी। प्लीज उन्हां भैणां दी दुआ सुनो, प्रार्थना सुनो, उन्हां बच्चों दे वरदान दो प्रभु यीशु जी। थैंक यू प्रभु जी, थैंक यू जीसस। असीं दुआ करदे हां प्रचार करने वाले भैन भरा प्रभु यीशु जी, जे फादर लोग है, सिस्टर्स, पास्टर लोग, चर्च दे लीडर प्रभु यीशु नाम जी, तेरे नाम नूं वधाउंदे हन, तेरे नाम नूं फैलाउंदे हन, उन्हां भैन भरावां नूं वचन सुणाउंदे हन जेह्ड़े हनेरे विच हन, ओह शैतान दे हत्थ विच न प्रभु यीशु जी। प्लीज उन्हां ते रहम कर, दया करनी, और वैसे समय च उन्हां दी मदद करनी, पवित्र आत्मा ही अगुवाई करनी, हर बीमारी तो बचा करना प्रभु यीशु जी। थैंक यू प्रभु जी, थैंक यू जी सालो यीशु नाम जी। तेरा नाम पवित्र शुद्ध है, तेरे नाम दी महिमा, तेरे नाम दी वडियाई करदे प्रभु यीशु जी। जिन्हां भैन भरावां विश्वास
विश्वास रख के प्रार्थना करने लिए आख्या प्रभु यीशु जी उन्हें सब भैन भरावां ने दुआ करते हैं बेनती करते हैं उन्हें दुख तकलीफां दूर करो प्रभु यीशु उन्हें घर शांति दो उन्हें परेशानियां दूर करो प्रभु यीशु जी थैंक यू प्रभु जी थैंक यू जीसस हालेलुया यीशु नाज़ी तेरा नाम पवित्र शुद्ध है प्रभु यीशु जी ਅਸੀਂ दुआ करते हैं जो साडे भैन भरा ड्रग करते हैं नशा करते प्रभु यीशु जी प्लीज इन्हां बुरियां आदतां ਤੋਂ बचा करो चंगे चंगे सोच विचार दो प्रभु यीशु जी थैंक यू प्रभु जी थैंक यू जीसस हालेलुया यीशु नाज़ी ਅਸੀਂ दुआ करते हैं बेनती है साडे ਜਿਹੜੇ ਬਜ਼ੁਰਗ ਜਿਨ੍ਹਾਂ ਦੀਆਂ ਰੂਹਾਂ ਆਪਦੇ ਕੋਲ ਪਹੁੰਚੀਆਂ ਪ੍ਰਭੂ ਯੀਸ਼ੂ ਨਾਜ਼ੀ ਉਹਨਾਂ ਸਭ ਲਈ ਦੁਆ ਕਰਦੇ ਹਾਂ ਬੇਨਤੀ ਕਰਦੇ ਹਾਂ ਪ੍ਰਭੂ ਯੀਸ਼ੂ ਜੀ ਪਲੀਜ਼ ਜਿੱਥੇ ਵੀ ਉਹਨਾਂ ਦੀਆਂ ਰੂਹਾਂ ਗਈਆਂ ਉਹਨਾਂ ਸਵਰਗੀ ਸ਼ਾਂਤੀ ਦੇਣ ਪ੍ਰਭੂ ਯੀਸ਼ੂ ਨਾਜ਼ੀ ਉਹਨਾਂ ਦੇ ਘਰਾਂ ਦੇ ਪਰਿਵਾਰਾਂ ਨੂੰ ਪ੍ਰਭੂ ਯੀਸ਼ੂ ਸ਼ਾਂਤੀ ਤਸੱਲੀ ਤੇ ਹੌਸਲਾ ਦੇਣਾ ਪ੍ਰਭੂ ਯੀਸ਼ੂ ਜੀ ਥੈਂਕ ਯੂ ਪ੍ਰਭੂ ਜੀ ਥੈਂਕ ਯੂ ਜੀਸਸ ਹਾਲੇਲੂਇਆ ਯੀਸ਼ੂ ਨਾਜ਼ੀ ਤੇਰਾ ਨਾਮ ਪਵਿੱਤਰ ਸ਼ੁੱਧ ਹੈ ਤੇਰੇ ਨਾਮ ਦੀ ਮਹਿਮਾ ਤੇਰੇ ਨਾਮ ਦੀ ਵਡਿਆਈ ਕਰਦੇ ਪ੍ਰਭੂ ਯੀਸ਼ੂ ਜੀ ਥੈਂਕ ਯੂ ਪ੍ਰਭੂ ਜੀ ਥੈਂਕ ਯੂ ਜੀਸਸ ਅਸੀਂ ਸਭ ਭੈਣ ਭਰਾ ਮਿਲ ਕੇ ਆਪਦੇ ਦੁਆਵਾਂ ਕਰਦੇ ਹਾਂ ਬੇਨਤੀ ਕਰਦੇ ਹਾਂ ਜੋ ਸੰਸਾਰ ਵਿੱਚ ਬਿਮਾਰੀਆਂ ਫੈਲੀਆਂ ਹਨ ਇਹਨਾਂ ਬਿਮਾਰੀਆਂ ਨੂੰ ਜਲਦੀ ਜਲਦੀ ਖਤਮ ਕਰੋ ਪ੍ਰਭੂ ਯੀਸ਼ੂ ਜੀ ਜੇ ਸਾਡੇ ਭੈਣ ਭਰਾ ਸੰਸਾਰ ਵਿੱਚ ਆਪਦੇ ਉੱਪਰ ਵਿਸ਼ਵਾਸੀ ਹਨ ਪ੍ਰਭੂ ਯੀਸ਼ੂ ਉਹਨਾਂ ਤੇ ਬਹੁਤ ਕਤਲੇਆਮ ਹੁੰਦਾ ਹੈ ਜ਼ੁਲਮ ਹੁੰਦੇ ਹਨ ਅਤਿਆਚਾਰ ਹੁੰਦੇ ਹਨ ਪ੍ਰਭੂ ਯੀਸ਼ੂ ਨਾਜ਼ੀ ਉਹਨਾਂ ਸਭ ਤੇ ਰਹਿਮ ਕਰੋ ਦਇਆ ਕਰੋ ਉਹਨਾਂ ਦੇ ਵਿਸ਼ਵਾਸ ਵਿੱਚ ਵਾਧੇ ਕਰੋ ਉਹਨਾਂ ਦੀ ਰਖਵਾਲੀ ਕਰੋ ਮਦਦ ਕਰੋ ਸਹਾਇਤਾ ਕਰੋ ਪ੍ਰਭੂ ਯੀਸ਼ੂ ਜੀ ਥੈਂਕ ਯੂ ਜੀਸਸ ਹਾਲੇਲੂਇਆ ਯੀਸ਼ੂ ਨਾਜ਼ੀ ਅਸੀਂ ਵਿਸ਼ਵਾਸ ਕਰਕੇ ਆਪਦੇ ਅੱਗੇ ਦੁਆਵਾਂ ਕਰਦੇ ਹਾਂ ਬੇਨਤੀ ਕਰਦੇ ਹਾਂ ਤੁਸੀਂ ਸਵਰਗ ਚ ਦੇ ਪਿਤਾ ਸੱਜੇ ਪਾਸੇ ਬੈਠੇ ਹੋ ਸਭ ਦੀ ਦੁਆ ਸੁਣਦੇ ਹੋ ਸਾਡੀ ਵੀ ਦੁਆ ਸੁਣਨਾ ਕਬੂਲ ਕਰਨਾ ਆਪਦੇ ਪਿਤਾ ਤੇ ਸ਼ੁੱਧ ਨਾਮ ਤੇ ਵਿਸ਼ਵਾਸ ਕਰਕੇ ਮੰਗਦੇ ਹਾਂ ਆਮੀਨ ਹਾਲੇਲੂਇਆ ਥੈਂਕ ਯੂ ਪ੍ਰਭੂ ਜੀ ਥੈਂਕ ਯੂ ਜੀਸਸ ਧੰਨਵਾਦ ਪ੍ਰਭੂ ਯੀਸ਼ੂ ਥੈਂਕ ਯੂ ਜੀਸਸ ਥੈਂਕ ਯੂ ਜੀਸਸ प्रभु यीशु मसीह सिखाई प्रार्थना ऐ साडे बाप जो तू आसमान ते है तेरा नाम पाक मने जावे तेरा राज जावे तेरी मर्जी जिहड़ी आसमान ते पूरी हुंदी है जमीन ते पूरी होवे साडे रोज़ रोटी सानू अज दे साडे कसूर सानू माफ़ कर जिस तरह असीं अपने कसूर माफ़ करदे हां सानू इस मैसे च ना पा सगों बुराई तो बचा क्योंकि बादशाह कुदरत च लासा तो हमेशा आंदे हन आमीन मां मरियम संतरी मां ट्रीजा सन यूसुफ सारे संतां ते फरिश्तियां नू असीं सिफारिश करदे हन ਸਾਡੇ ਸਭ ਭੈਣ ਭਰਾਵਾਂ ਲਈ ਦੁਆ ਕਰੋ ਜਿਹੜੇ ਸਾਡੇ ਭੈਣ ਭਰਾ ਪ੍ਰਭੂ ਯਿਸੂ ਦਾ ਪਿਤਾ ਪਰਮੇਸ਼ਰ ਦਾ ਪ੍ਰਚਾਰ ਕਰਦੇ ਹਨ ਪ੍ਰਭੂ ਯਿਸੂ ਉਹਨਾਂ ਸਭ ਭੈਣ ਭਰਾਵਾਂ ਨੂੰ ਪਵਿੱਤਰ ਆਤਮਾ ਦੀ ਸ਼ਕਤੀ ਦੇਵੇ ਬੋਲਣ ਸਮੇਂ ਚੰਗੇ ਚੰਗੇ ਵਚਨ ਦੇਵੇ ਆਮੀਨ ਹਾਲੇਲੂਇਆ ਸਲਾਮ ਹੈ ਮਰੀਮ ਫਜਨਾ ਪਰੇ ਖੁਦਾਵੰਦ ਤੇਰੇ ਨਾਲ ਹੈ ਤੂੰ ਔਰਤਾਂ ਵਿੱਚੋਂ ਧੰਨ ਹੈ ਨਾਲੇ ਧੰਨ ਹੈ ਤੇਰੇ ਪੇਟ ਦਾ ਫਲ ਯਿਸੂ ਐ ਹਜ਼ਰਤ ਮਰੀਮ ਖੁਦਾ ਦੀ ਮਾਂ ਅਸਾਂ ਗੁਨਾਹਗਾਰਾਂ ਦੀ ਦੁਆ ਕਰ ਹੁਣ ਤੇ ਸਾਡੀ ਮੌਤ ਦੇ ਵੇਲੇ ਆਮੀਨ ਬਾ ਬੇਟਾ ਤੇ ਰੂਪਾ ਦੀ ਵਡਿਆਈ ਹੋਵੇ ਜਿਹੜੇ ਮੁੱਢੋਂ ਸੰਤ ਹਮੇਸ਼ਾ ਹੋਵੇਗੀ ਆਮੀਨ ਐ ਮੈਨੇ ਤੇ ਮੇਵਾਂ ਯਿਸੂ ਸਾਡੇ ਗੁਨਾਹ ਸਾਨੂੰ ਮਾਫ ਕਰ ਨਰਕ ਦੀ ਅੱਗ ਤੋਂ ਸਾਨੂੰ ਬਚਾ ਸਭ ਰੂਹਾਂ ਨੂੰ ਸਵਰਗ ਖਿੱਚ ਲੈ ਖਾਸ ਕਰਕੇ ਉਹਨਾਂ ਤੇ ਰਹਿਮਤ ਦੇ ਬਹੁਤ ਲੋੜਵੰਦ ਹਨ ਆਮੀਨ ਹਾਲੇਲੂਇਆ ਥੈਂਕ ਯੂ ਪ੍ਰਭੂ ਥੈਂਕ ਯੂ ਜੀਸਸ ਪ੍ਰਭੂ ਯਿਸੂ ਦੀ ਕਿਰਪਾ ਦੇ ਤੇ ਸ਼ਾਂਤੀ ਸਾਡੇ ਸਭ ਭੈਣ ਭਰਾਵਾਂ ਦੇ ਨਾਲ ਹੋਏ ਆਮੀਨ ਹਾਲੇਲੂਇਆ ਗੋਡ ਬਲੈਸ ਯੂ ਬਾ ਬੇਟਾ ਰੂਪਾ ਨਾਮ ਤੇ ਆਮੀਨ